ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮਾਣਮੱਤੇ ਇਤਿਹਾਸ ਦੀ, ਉਸ ਸੁਨਹਿਰੀ ਇਤਿਹਾਸ ਦੀ ਗੱਲ ਕਰਾਂਗੇ ਜਿਸ ਨੂੰ ਸਿੰਘਾਂ ਨੇ ਆਪਣੇ ਖੂਨ ਦੇ ਨਾਲ ਗੁਰੂ ਦੇ ਆਸ਼ੇ ਅਨੁਸਾਰ ਆਪਣੇ ਆਪ ਨੂੰ ਗੁਰੂ ਦੇ ਸਮਰਪਿਤ ਕਰਕੇ ਔਰ ਉਹ ਇਤਿਹਾਸ ਦੇ ਵਰਕੇ ਸਥਾਪਿਤ ਕੀਤੇ ਜਿਸ ਦਾ ਦੁਨੀਆ ਦੇ ਇਤਿਹਾਸ ਦੇ ਵਿੱਚ ਕੋਈ ਸਾਨੀ ਨਹੀਂ ਹੈ। ਆਮ ਤੌਰ 'ਤੇ ਕੌਮਾਂ ਦੇ ਇਤਿਹਾਸ ਵਿੱਚ ਸਦੀਆਂ ਦਾ ਸਮਾਂ ਵੀ ਬਹੁਤ ਥੋੜ੍ਹਾ ਹੁੰਦਾ ਹੈ। ਜਦੋਂ ਇੱਕ ਵਾਰ ਗੁਲਾਮੀ ਆ ਜਾਏ ਤਾਂ ਸਦੀਆਂ ਤੱਕ ਉਹ ਖਹਿੜਾ ਨਹੀਂ ਛੱਡਦੀ ਔਰ ਫਿਰ ਬਲਕਿ ਹੁੰਦਾ ਇਸ ਤਰ੍ਹਾਂ ਹੈ ਕਿ ਉਸ ਗੁਲਾਮੀ ਦੀ ਆਦਤ ਪੈ ਜਾਂਦੀ ਹੈ ਜਿਹੜੀ ਕਿ ਗੁਲਾਮੀ ਨਾਲੋਂ ਵੀ ਬਦਤਰ ਹੁੰਦੀ ਹੈ ਔਰ ਗੁਲਾਮੀ ਨਾਲੋਂ ਵੀ ਜ਼ਿਆਦਾ ਖਤਰਨਾਕ ਹੁੰਦੀ ਹੈ। ਪਰ ਕਿਤਨੀ ਹੈਰਾਨੀ ਦੀ ਗੱਲ ਹੈ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ ਇਹ ਪੈਗਾਮ ਦਿੱਤਾ ਕਿ ਆਜ਼ਾਦ ਆਤਮਾ ਅਗਰ ਆਜ਼ਾਦ ਆਤਮਾ ਹੈ ਤਾਂ ਉਹਦੇ ਲਈ ਸਰੀਰ ਵੀ ਆਜ਼ਾਦ ਚਾਹੀਦਾ ਹੈ ਔਰ ਆਤਮਾ ਵੀ ਆਜ਼ਾਦ ਚਾਹੀਦੀ ਹੈ, ਨਹੀਂ ਤਾਂ ਫਿਰ ਉਹੀ ਹੋਏਗਾ ਕਿ ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਨਾ ਜਾਈ। ਇਸ ਕਰਕੇ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ, ਇਹ ਸੰਦੇਸ਼ ਗੁਰੂ ਸਾਹਿਬ ਨੇ ਦਿੱਤਾ ਔਰ ਨਾਲ ਇਹ ਵੀ ਕਿਹਾ ਕਿ ਹਰ ਧਰਮ ਦਾ ਬੁਨਿਆਦੀ ਅੰਗ ਹੈ ਪੂਜਾ ਕਰਨਾ, ਰੱਬ ਦੀ ਆਰਾਧਨਾ ਕਰਨੀ, ਰੱਬ ਦੀ ਸਿਫਤੋ ਸਲਾਹ ਕਰਨੀ, ਪਰ ਨਾਲ ਇਹ ਸੁਨੇਹਾ ਵੀ ਦਿੱਤਾ ਕਿ ਪਤ ਵਿਣ ਪੂਜਾ ਸਤ ਵਿਣ ਸੰਜਮ ਜਤ ਵਿਣ ਕਾਹੇ ਜਨੇਊ, ਨਾਵੋ ਧੋਵੋ ਤਿਲਕ ਲਗਾਵੋ ਸੁਚ ਵਿਣ ਸੋਚ ਨਾ ਹੋਈ। ਜੇ ਪਤ ਨਹੀਂ, ਅਗਰ ਪਤ ਨਹੀਂ ਰਹਿੰਦੀ ਤਾਂ ਉਸ ਦੀ ਪਤ ਵਿਣ ਪੂਜਾ ਦਾ ਫਿਰ ਫਾਇਦਾ ਕੀ ਹੈ? ਉਸ ਪੂਜਾ ਦਾ ਕੋਈ ਲਾਭ ਨਹੀਂ ਜੇ ਪਤ ਹੀ ਕਾਇਮ ਨਹੀਂ ਰਹਿ ਸਕਦੀ। ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਇਤਿਹਾਸ ਦਾ ਕੁਝ ਡਾਟਸ ਹਨ, ਕੁਝ ਨੁਕਤੇ ਹਨ ਜਿਹੜੇ ਬਹੁਤ ਹੀ ਕਮਾਲ ਦੇ ਨੁਕਤੇ ਹਨ। ਗੁਰੂ ਨਾਨਕ ਸਾਹਿਬ ਨੇ ਆਪਣੇ ਯਾਰ ਨੂੰ ਨਾਲ ਲੈ ਕੇ, ਉਸ ਇਲਾਹੀ ਡੂਮ ਨੂੰ ਨਾਲ ਲੈ ਕੇ ਜਦੋਂ ਸਫ਼ਰ ਆਰੰਭਿਆ ਤਾਂ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਇੱਕ ਗੱਲ ਕਹੀ, ਕਹਿਣ ਲੱਗੇ ਬਾਬਾ ਤੇਰਾ ਮੇਰਾ ਬਹੁਤਾ ਫਰਕ ਨਹੀਂ। ਦੇਖੋ, ਇੱਕ ਸਿੱਖ ਗੁਰੂ ਨੂੰ ਮੁਖਾਤਬ ਹੋ ਕੇ ਕੁਝ ਗੱਲ ਕਹਿ ਰਿਹਾ ਹੈ ਕਿ ਬਾਬਾ ਮੇਰਾ ਤੇਰਾ ਬਹੁਤਾ ਫਰਕ ਨਹੀਂ, ਤੂੰ ਖੁਦਾ ਦਾ ਡੂਮ ਮੈਂ ਤੇਰਾ ਡੂਮ, ਕੰਮ ਇੱਕੋ ਹੀ ਹੈ। ਤੂੰ ਰੱਬ ਦਾ ਮਰਾਸੀ ਹੈ, ਮੈਂ ਤੇਰਾ ਮਰਾਸੀ ਹਾਂ। ਕਿਤਨੀ ਨਿਗਤਾ ਹੈ, ਕਿਤਨੀ ਨੇੜਤਾ ਹੈ। ਔਰ 10ਵੇਂ ਜਾਮੇ ਵਿੱਚ, ਪਹਿਲੇ ਜਾਮੇ ਵਿੱਚ ਸਿੱਖ ਗੁਰੂ ਨੂੰ ਕਹਿ ਰਿਹਾ ਮੇਰੇ ਤੇਰੇ ਵਿੱਚ ਬਹੁਤਾ ਫਰਕ ਨਹੀਂ, ਤੇ 10ਵੇਂ ਜਾਮੇ ਵਿੱਚ ਗੁਰੂ ਸਿੱਖ ਨੂੰ ਕਹਿ ਰਿਹਾ ਜਾਂ ਮੈਂ ਭੇਦ ਨਾ ਰੰਚ ਪਛਾਨੋ। ਇੱਥੇ ਹੀ ਨਹੀਂ, ਇੱਥੋਂ ਤੱਕ ਬਖਸ਼ਿਸ਼ਾਂ ਕਰ ਰਹੇ ਹਨ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋਂ ਗਰੀਬ ਕਰੋੜ ਭਰੇ। ਗੁਰੂ ਗੋਬਿੰਦ ਸਿੰਘ ਸਾਹਿਬ ਸਰੀਰਕ ਤੌਰ ਦੇ ਉੱਤੇ ਜਦੋਂ ਇਸ ਸੰਸਾਰ ਨੂੰ, ਫਾਨੀ ਸੰਸਾਰ ਨੂੰ ਛੱਡ ਕੇ ਵਿਦਾ ਹੋਏ, ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਦੋ ਪੈਮਾਨਿਆਂ ਦੇ ਵਿਚਕਾਰ ਕੌਮ ਨੂੰ ਚਲਾ ਕੇ ਗਏ। ਇਹ ਜਿਹੜੇ ਦੋ ਪੈਰਾਮੀਟਰ ਸਨ, 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੋਤੀ ਜੋਤ ਸਮਾਉਂਦੇ ਹਨ ਔਰ ਕੁਝ ਸਾਲਾਂ ਦੇ ਅੰਦਰ ਹੀ ਉਹ ਝੱਖੜ ਚੁੱਲਦਾ ਹੈ, ਉਹ ਹਨੇਰੀ ਵਗਦੀ ਹੈ, ਉਹ ਕਾਰਨਾਮੇ ਹੁੰਦੇ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਹ ਬਚਨ ਸਾਕਾਰ ਹੋ ਜਾਂਦੇ ਹੈ ਕਿ ਇਨ ਗਰੀਬ ਸਿੱਖਨ ਕੋ ਦਿਓ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ। ਉਹ ਬਚਨ ਪੂਰੇ ਹੋ ਜਾਂਦੇ ਹੈ, ਭੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਜ਼ਹਿਰ ਪਿਆਲੇ ਪੀਤੇ। ਦੁਨੀਆ ਦੇ ਇਤਿਹਾਸ ਵਿੱਚ ਕਿਧਰੇ ਐਸੀ ਮਿਸਾਲ ਮਿਲੇਗੀ ਕਿ ਇੱਕ ਦਹਾਕਾ ਵੀ ਨਹੀਂ ਬੀਤਿਆ ਔਰ ਇਤਨਾ ਕੁਝ ਹੋਇਆ। ਪਰ ਉਸ ਦੇ ਬਾਅਦ ਫਿਰ ਦੁਬਾਰਾ ਕਿੰਨੇ ਆਹੂ ਲਾਏ ਗਏ, ਕਿੰਨੀਆਂ ਕੁਰਬਾਨੀਆਂ ਹੋਈਆਂ,
ਕਾਸ਼ ਅਸੀਂ ਉਹਨਾਂ ਕੁਰਬਾਨੀਆਂ ਨੂੰ ਅਸੀਂ ਵੇਖ ਸਕਦੇ, ਅਸੀਂ ਦੱਸ ਸਕਦੇ, ਅਸੀਂ ਸਮਝ ਸਕਦੇ। ਗੁਰੂ ਸਾਹਿਬ ਦੀਆਂ ਉਨ ਜੰਗਾਂ ਦਾ ਅਸੀਂ ਕਿਧਰੇ ਵਿਸਥਾਰ ਨਾਲ ਚਰਚਾ ਕਰ ਸਕਦੇ, ਕਦੋਂ ਹੋਈ, ਕਿਉਂ ਹੋਈ, ਕਿਸ ਮਕਸਦ ਲਈ ਹੋਈ, ਕੌਣ ਕੌਣ ਸ਼ਾਮਲ ਸਨ, ਕੀ ਹੋਇਆ, ਤਾਂ ਕਿ ਸਾਨੂੰ ਆਉਣ ਵਾਲੇ ਸਮੇਂ ਲਈ ਉਹ ਗੱਲ ਗੁਰੂ ਸਾਹਿਬ ਦੀ ਪੂਰੀ ਹੋਏ। ਅੱਗੇ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ। ਇਤਿਹਾਸ ਬੜਾ ਜ਼ਰੂਰੀ ਹੈ। ਸਾਡੇ ਬਜ਼ੁਰਗਾਂ ਨੂੰ ਇਸ ਗੱਲ ਦਾ ਅਹਿਸਾਸ ਸੀ। ਇਸੇ ਲਈ ਅਰਦਾਸ ਦੇ ਵਿੱਚ ਹੀ ਇੱਕ ਬੜਾ ਸੰਖੇਪ ਦੇ ਵਿੱਚ ਪੂਰੇ ਦਾ ਪੂਰਾ ਇਤਿਹਾਸ ਦੁਹਰਾ ਦਿੱਤਾ ਜਾਂਦਾ ਹੈ। ਜਿਨ੍ਹਾਂ ਨੇ ਚਰਖੜੀਆਂ ਤੇ ਚੜੇ ਆਰਿਆਂ ਨਾ ਚਰਾਏ, ਕੀਮਾ ਕੀਮਾ ਕੀਤੇ ਗਏ ਉਬਲਦੀਆਂ ਦੇਗਾ, ਸਾਰਾ ਇਤਿਹਾਸ ਦੁਹਰਾ ਦਿੱਤਾ ਜਾਂਦਾ ਹੈ ਇੱਕ ਕੈਪਸੂਲ ਦੀ ਨਿਆਈ। ਅੱਜ ਅਸੀਂ ਉਸ ਇਤਿਹਾਸ ਦੇ ਕੁਝ ਸ਼ਾਨਦਾਰ ਵਰਕੇ ਫਰੋਲਣ ਦੀ ਕੋਸ਼ਿਸ਼ ਕਰਾਂਗੇ, ਪਰ ਉਸ ਤੋਂ ਪਹਿਲੇ ਬਹੁਤ ਹੀ ਸੰਖੇਪ ਦੇ ਵਿੱਚ 2-3 ਸੁਰਖੀਆਂ ਹਨ ਜਿਹੜੀਆਂ ਬਹੁਤ ਜ਼ਰੂਰੀ ਅੱਜ ਦੀਆਂ ਖਬਰਾਂ ਦੀਆਂ। ਪਹਿਲੀ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਜਿਨ੍ਹਾਂ ਨੂੰ ਜ਼ਿੰਦਗੀ ਔਰ ਮੌਤ ਦੇ ਵਿੱਚ ਝੁਲਾਇਆ ਜਾ ਰਿਹਾ ਹੈ ਕਈ ਸਾਲਾਂ ਤੋਂ। ਆਖਰ ਹੁਣ ਸੁਪਰੀਮ ਕੋਰਟ ਆਫ ਇੰਡੀਆ ਦੇ ਚੀਫ ਜਸਟਿਸ ਪੀ ਸਦਾ ਸਿਵਮ ਨੇ ਸਰਕਾਰ ਨੂੰ ਸਖਤ ਲਫ਼ਜ਼ਾਂ ਦੇ ਵਿੱਚ ਤਾਕੀਦ ਕੀਤੀ ਹੈ ਕਿ ਪ੍ਰੋਫੈਸਰ ਭੁੱਲਰ ਦੀ ਰਹਿਮ ਦੀ ਅਰਜ਼ੀ ਦੇ ਉੱਤੇ 27 ਤਰੀਕ ਤੱਕ ਫੈਸਲਾ ਕਰੋ, ਨਹੀਂ ਤਾਂ ਅਦਾਲਤ ਖੁਦ ਉਹਨਾਂ ਦੀ ਮਾਨਸਿਕ ਸਿਹਤ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਕੋਈ ਨਾ ਕੋਈ ਨਿਰਣਾ ਲਏਗੀ। ਉਮੀਦ ਹੈ ਇਸ ਟਿੱਪਣੀ ਦੇ ਬਾਅਦ ਸ਼ਾਇਦ ਫੈਸਲਾ ਜਲਦੀ ਹੋ ਜਾਏ ਔਰ ਅੰਤਮ ਨਿਰਣਾ ਹੋ ਜਾਏ। ਇੱਥੇ ਇਹ ਗੱਲ ਵਰਣਨਯੋਗ ਹੈ ਕਿ ਜਦੋਂ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਸਨ, ਉਹਨਾਂ ਦੀ ਸਰਕਾਰ ਨੇ ਲੈਫਟੀਨੈਂਟ ਗਵਰਨਰ ਨਜੀਬ ਜੰਗ ਰਾਹੀਂ ਕੇਂਦਰ ਸਰਕਾਰ ਨੂੰ ਇਹ ਸਿਫਾਰਿਸ਼ ਭੇਜੀ ਸੀ ਕਿ ਪ੍ਰੋਫੈਸਰ ਭੁੱਲਰ ਦੀ ਜਿਹੜੀ ਮਰਸੀ ਪਟੀਸ਼ਨ ਹੈ ਉਸ ਨੂੰ ਡਿਸਮਿਸ ਕਰਨ ਲਈ ਉਹ ਕਦੇ ਵੀ ਨਹੀਂ ਕਹਿ ਸਕਦੇ। ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਧਰਮ ਪਤਨੀ ਬੀਬੀ ਨਵਨੀਤ ਕੌਰ ਨੇ ਜਿਹੜੀ ਅਰਜ਼ੀ ਰਹਿਮ ਦੀ ਦਾਖਲ ਕੀਤੀ ਹੈ ਉਸ ਨੂੰ ਡਿਸਮਿਸ ਕਰਨ ਲਈ ਉਹ ਨਹੀਂ ਕਹਿਣਗੇ। ਸੋ ਉਹਨਾਂ ਨੇ ਇੱਕ ਕਿਸਮ ਨਾਲ ਰਿਕਮੈਂਡ ਕੀਤਾ ਕਿ ਉਹਨਾਂ ਨੂੰ ਮੌਤ ਦੀ ਸਜ਼ਾ ਨਾ ਦਿੱਤੀ ਜਾਏ। ਸੁਪਰੀਮ ਕੋਰਟ ਨੇ ਵੀ ਪ੍ਰੋਫੈਸਰ ਭੁੱਲਰ ਦੀ ਮੌਤ ਦੀ ਸਜ਼ਾ ਤਦ ਤੱਕ ਰੋਕ ਕੇ ਰੱਖੀ ਹੈ ਜਿੰਨੀ ਦੇਰ ਤੱਕ ਇਸ ਦੇ ਬਾਰੇ ਅੰਤਮ ਨਿਰਣਾ ਨਹੀਂ ਹੋ ਜਾਂਦਾ। ਦੂਸਰੀ ਸੁਰਖੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ। ਉਹਨਾਂ ਨੇ ਮੰਗ ਕੀਤੀ ਹੈ ਕਿ 1984 ਦੇ ਸਿੱਖ ਕਤਲੇਆਮ ਲਈ ਸੁਪਰੀਮ ਕੋਰਟ ਦੇ ਜੱਜ ਰਾਹੀਂ ਉਹਨਾਂ ਦੀ ਜੱਜ ਦੀ ਅਗਵਾਈ ਦੇ ਵਿੱਚ ਇੱਕ ਕਮਿਸ਼ਨ ਬਣਾਇਆ ਜਾਏ ਜਿਹੜੀ ਕਿ ਇਸ ਦੀ ਛਾਣਬੀਣ ਕਰੇ। ਹਾਲਾਂਕਿ ਦਿੱਲੀ ਸਰਕਾਰ ਪਹਿਲੇ ਹੀ ਇੱਕ ਸਿਫਾਰਿਸ਼ ਕਰ ਚੁੱਕੀ ਹੈ SIT ਕਮਿਸ਼ਨ ਦੀ ਕਿ SIT ਕਮਿਸ਼ਨ ਬਣਾਇਆ ਜਾਏ ਜਿਹੜੀ ਇਸ ਦੀ ਛਾਣਬੀਣ ਕਰੇ, ਪਰ ਇਹ ਉਸ ਤੋਂ ਵਿਪਰੀਤ ਔਰ ਵੱਖਰਾ ਜਿਹੜੀ ਉਹਨਾਂ ਦੀ ਸਿਫਾਰਿਸ਼ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ। ਤੀਸਰੀ ਸੁਰਖੀ ਹੈ ਸਰਦਾਰ ਬੇਅੰਤ ਸਿੰਘ, ਜਿਨ੍ਹਾਂ ਨੇ ਬੇਅੰਤ ਸਿੰਘ ਔਰ ਸਤਵੰਤ ਸਿੰਘ, ਇਹ ਦੋ ਜਿਨ੍ਹਾਂ ਦੇ ਉੱਤੇ ਦੋਸ਼ ਲੱਗਾ ਸੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਕਤਲ ਕਰਨ ਦਾ। ਉਹਨਾਂ ਦੇ ਬੇਟੇ ਸਰਬਜੀਤ ਸਿੰਘ ਖਾਲਸਾ ਜੋ ਕਿ 37 ਸਾਲ ਦੇ ਹਨ, ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਗਰੁੱਪ ਨੂੰ ਛੱਡ ਕੇ ਬਹੁਜਨ ਸਮਾਜ ਪਾਰਟੀ ਨੂੰ ਜੁਆਇਨ ਕਰ ਲਿਆ ਔਰ ਉਮੀਦ ਹੈ ਕਿ ਉਹ ਆ ਰਹੀਆਂ ਚੋਣਾਂ ਵੀ ਬਹੁਜਨ ਸਮਾਜ ਪਾਰਟੀ ਦੀ ਟਿਕਟ ਦੇ ਉੱਤੇ ਹੀ ਲੜਨਗੇ। 37 ਸਾਲਾ ਸਰਬਜੀਤ ਸਿੰਘ ਖਾਲਸਾ ਇਸ ਤੋਂ ਪਹਿਲਾਂ ਮਾਨ ਅਕਾਲੀ ਦਲ ਦੀ ਟਿਕਟ ਦੇ ਉੱਤੇ ਪਾਰਲੀਮੈਂਟ ਅਤੇ ਅਸੈਂਬਲੀ 2007 ਵਿੱਚ ਦੋਨੋਂ ਚੋਣਾਂ ਲੜ ਚੁੱਕੇ ਹਨ, ਪਰ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਔਰ ਹੁਣ ਉਹਨਾਂ ਨੇ ਇਹ ਨਿਰਣਾ ਕੀਤਾ ਹੈ ਕਿ ਉਹ ਆ ਰਹੀਆਂ ਚੋਣਾਂ
ਉਹਦੇ ਲਈ ਬਹੁਜਨ ਸਮਾਜ ਪਾਰਟੀ ਨੂੰ ਉਹਨਾਂ ਨੇ ਉਸ ਦੇ ਵਿੱਚ ਸ਼ਾਮਲ ਹੋਏ ਹਨ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਆ ਰਹੀਆਂ ਚੋਣਾਂ ਸ਼ਾਇਦ ਇਸ ਪਾਰਟੀ ਦੀ ਟਿਕਟ ਦੇ ਉੱਤੇ ਲੜਨਗੇ। ਸੋ ਇਹ ਕੁਝ ਸੁਰਖੀਆਂ ਸਨ ਜਿਹੜਾ ਇਤਿਹਾਸ ਦੀ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਉਸ ਦੇ ਪਿਛੋਕੜ ਦੇ ਵਿੱਚ, ਕਿਉਂਕਿ ਕੱਲ੍ਹ ਮਨਾਇਆ ਗਿਆ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ 8 ਔਰ 9 ਤਾਰੀਖ ਨੂੰ ਦਿੱਲੀ ਲਾਲ ਕਿਲੇ ਦੇ ਵਿੱਚ ਫਤਿਹ ਦਿਵਸ, ਫਤਿਹ ਮਾਰਚ, ਜਿਹੜਾ 1783 9 ਮਾਰਚ ਨੂੰ ਦਿੱਲੀ ਦੇ ਵਿੱਚ ਫਤਿਹ ਕਰਕੇ ਸ਼ਾਹ ਆਲਮ ਦੋਇਮ ਦੇ ਨਾਲ ਟਰੀਟੀ ਕੀਤੀ ਗਈ ਸੀ ਔਰ ਉਸ ਦੇ ਬਾਅਦ 7 ਗੁਰਦੁਆਰੇ ਬਣਾਏ ਗਏ ਸੀ, ਤਾਮੀਰ ਕੀਤੇ ਗਏ, ਜਿਨ੍ਹਾਂ ਦਾ ਆਪਣਾ ਲੰਬਾ ਔਰ ਵੱਖਰਾ ਇਤਿਹਾਸ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਟਰੀਟੀ ਕਰਕੇ ਉਹਨਾਂ ਗੁਰਦੁਆਰਿਆਂ ਨੂੰ, ਹਾਲਾਂਕਿ ਕੁਝ ਦੇ ਉੱਤੇ ਮਸੀਤਾਂ ਵੀ ਬਣੀਆਂ ਸੀ, ਪਰ ਸ਼ਾਹ ਆਲਮ ਦੀ ਰਜ਼ਾਮੰਦੀ ਦੇ ਨਾਲ, ਮਨਜ਼ੂਰੀ ਦੇ ਨਾਲ ਔਰ ਸਥਾਨਕ ਲੋਕਾਂ ਦੀ ਮਨਜ਼ੂਰੀ ਦੇ ਨਾਲ ਕਿਸ ਢੰਗ ਨਾਲ ਉਹਨਾਂ ਥਾਵਾਂ ਦੇ ਉੱਤੇ ਗੁਰਦੁਆਰੇ ਬਣਾਏ ਗਏ, ਗੁਰਦੁਆਰੇ ਉਸਾਰੇ ਗਏ। ਇਹ ਰਾਜਨੀਤੀ ਦੀ ਇੱਕ ਬਹੁਤ ਹੀ ਕਾਮਯਾਬ ਮਿਸਾਲ ਹੈ ਜਿਹੜੀ ਸਿੱਖ ਸਰਦਾਰਾਂ ਨੇ ਉਸ ਵੇਲੇ ਕਾਇਮ ਕੀਤੀ। ਜਿਹੜੇ ਸਿੱਖ ਸਰਦਾਰ ਉਸ ਵੇਲੇ ਪਹੁੰਚੇ ਸਨ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਉਹਨਾਂ ਦੇ ਨਾਲ ਕਾਫੀ ਫੌਜਾਂ ਸੀ, ਤਕਰੀਬਨ 30,000, 10,000 ਦੇ ਕਰੀਬ ਦੂਸਰੇ ਪਾਸਿਓਂ ਸਰਦਾਰ ਜੱਸਾ ਸਿੰਘ ਰਾਮਗੜੀਆ ਵੀ ਪਹੁੰਚ ਗਏ ਔਰ ਉਸ ਦੇ ਬਾਅਦ ਜੱਸਾ ਸਿੰਘ ਰਾਮਗੜੀਆ ਉੱਥੋਂ ਰਿਟਰੀਟ ਕਰ ਗਏ। ਪਰ ਜਾਂਦੇ ਹੋਏ ਜੋ ਤਖਤ ਸੀ ਦਿੱਲੀ ਲਾਲ ਕਿਲੇ ਦਾ, ਜਿੱਥੋਂ ਬੈਠ ਕੇ ਸ਼ਾਹੀ ਫਰਮਾਨ ਜਾਰੀ ਹੋਏ ਸਨ, ਸਾਰੇ ਦੇ ਸਾਰੇ ਉਹ ਜ਼ਾਲਮਾਨਾ ਫਰਮਾਨ ਜਿੱਥੋਂ ਜਾਰੀ ਹੁੰਦੇ ਸਨ, ਸਰਦਾਰ ਜੱਸਾ ਸਿੰਘ ਰਾਮਗੜੀਆ ਉਸ ਤਖਤ ਦੀ ਵੱਡੀ ਸਿਲ ਨੂੰ, ਜਿਹੜੀ ਕਾਫੀ ਵੱਡੀ ਗ੍ਰੇਨਾਈਟ ਦੀ ਸਿਲ ਹੈ, ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਹਾਥੀਆਂ ਦੇ ਨਾਲ ਖਿੱਚ ਕੇ ਦਿੱਲੀ ਤੋਂ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਦੇ ਦਰਬਾਰ ਲੈ ਗਏ ਔਰ ਜਿਹੜੀ ਅਜੇ ਵੀ ਉੱਥੇ ਬੁੰਗਾ ਰਾਮਗੜੀਆ ਦੇ ਵਿੱਚ ਰੱਖੀ ਹੋਈ ਹੈ। ਇਹ ਇਤਿਹਾਸ ਦਾ ਅਜਬ ਮੰਜ਼ਰ ਹਨ, ਅਜੀਬ ਉਹਨਾਂ ਦੇ ਇਹ ਸਾਰੇ ਦੇਖਣ ਵਾਲੇ ਹਨ ਔਰ ਉਸ ਦੇ ਬਾਅਦ ਜਿਸ ਢੰਗ ਦੇ ਨਾਲ ਉੱਥੇ ਗੁਰਦੁਆਰੇ ਬਣਾਏ ਗਏ। ਇੱਕ ਗੱਲ ਕਹਿਣੀ ਬੜੀ ਲਾਜ਼ਮੀ ਹੈ, 1972 ਦੇ ਵਿੱਚ, ਕਿਉਂਕਿ ਇਤਿਹਾਸ ਦੀ ਵਾਕਫੀ ਹੋਏ ਤਾਂ ਇਹ ਬਹੁਤ ਹੀ ਜ਼ਰੂਰੀ ਹੈ। 1972 ਦੇ ਵਿੱਚ ਸਰਦਾਰ ਤਰਲੋਚਨ ਸਿੰਘ ਜਦੋਂ ਮਾਰਕਫੈਡ, ਪੰਜਾਬ ਮਾਰਕਫੈਡ ਦੇ ਚੇਅਰਮੈਨ ਸਨ, ਉਹਨਾਂ ਨੇ ਇੱਕ ਕੈਲੰਡਰ ਬਣਾਇਆ ਸੀ। ਸਰਕਾਰੀ ਅਦਾਰਾ ਹੈ ਮਾਰਕਫੈਡ, ਮਾਰਕੀਟਿੰਗ ਕੋਆਪਰੇਟਿਵ ਫੈਡਰੇਸ਼ਨ ਦਾ, ਔਰ ਉਸ ਦੇ ਵਿੱਚ, ਉਸ ਕੈਲੰਡਰ ਦੇ ਵਿੱਚ ਭਾਈ ਤਾਰੂ ਸਿੰਘ, ਸੁਬੇਗ ਸਿੰਘ, ਸ਼ਾਹਬਾਜ਼ ਸਿੰਘ, ਹੋਰ ਸ਼ਹੀਦਾਂ ਦੀਆਂ ਫੋਟੋ ਸਨ। ਉਹਨਾਂ ਸ਼ਹਾਦਤਾਂ ਨੂੰ ਦਰਸਾਉਂਦੀਆਂ ਹੋਈਆਂ ਇਹ ਸਾਰੀਆਂ ਤਸਵੀਰਾਂ ਸਨ, 12, ਜਿਹੜੀਆਂ ਕਿ ਮਾਰਕਫੈਡ ਨੇ ਕੈਲੰਡਰ ਛਾਪਿਆ। ਪਾਰਲੀਮੈਂਟ ਵਿੱਚ ਪਾਰਲੀਮੈਂਟ ਦੇ ਮੈਂਬਰ ਕਸ਼ਮੀਰ ਦੇ ਸ਼ਮੀਮ ਅਹਿਮਦ ਸ਼ਮੀਮ ਨੇ ਇਸ ਦੇ ਉੱਤੇ ਬਹੁਤ ਸਖਤ ਇਤਰਾਜ਼ ਕੀਤਾ ਕਿ ਇਹ ਫਿਰਕਾ ਪ੍ਰਸਤ ਤਸਵੀਰਾਂ ਹਨ, ਕਮਿਊਨਲ ਤਸਵੀਰਾਂ ਹਨ। ਉਸ ਦੇ ਉੱਤੇ ਸ਼੍ਰੀਮਤੀ ਇੰਦਰਾ ਗਾਂਧੀ ਜੋ ਕਿ ਪ੍ਰਧਾਨ ਮੰਤਰੀ ਸਨ, ਉਹਨਾਂ ਨੇ ਖੜੇ ਹੋ ਕੇ ਬੜੇ ਹੀ ਗੁੱਸੇ ਦੇ ਵਿੱਚ ਕਿਹਾ, ਉਹਨਾਂ ਦੇ ਲਫ਼ਜ਼ ਸਨ, ਮੈਂ ਇਹੋ ਜਿਹੀਆਂ ਤਸਵੀਰਾਂ ਬਿਲਕੁਲ ਨਹੀਂ ਦੇਖਣਾ ਚਾਹੁੰਦੀ। ਔਰ ਉਸ ਦੇ ਬਾਅਦ ਸਰਕਾਰ ਵੱਲੋਂ ਉਹ ਕੈਲੰਡਰ ਵਾਪਸ ਲੈ ਲਿਆ ਗਿਆ। ਪਰ ਇਸੇ ਪਾਰਲੀਮੈਂਟ ਦੇ ਵਿੱਚ ਹੀ ਸਰਦਾਰ ਗੁਰਦਿਆਲ ਸਿੰਘ ਢਿੱਲੋਂ ਜਿਹੜੇ ਕਿ ਸਪੀਕਰ ਸਨ, ਉਹਨਾਂ ਨੇ ਖੜੇ ਹੋ ਕੇ ਕਿਹਾ, ਮੈਡਮ ਇਹ ਜਿਹੜੀਆਂ ਤਸਵੀਰਾਂ ਹਨ ਇਹ ਇਤਿਹਾਸ ਹੈ, ਇਹਨੂੰ ਰੋਕਿਆ ਨਹੀਂ ਜਾ ਸਕਦਾ, ਇਸ ਨੂੰ ਬਦਲਿਆ ਨਹੀਂ ਜਾ ਸਕਦਾ, ਇਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ, ਇਹ ਰਹਿਣਗੀਆਂ। ਪਰ ਫਿਰ ਵੀ ਚੂੰਕਿ ਪ੍ਰਧਾਨ ਮੰਤਰੀ ਦਾ ਬਿਆਨ ਸੀ, ਉਹ ਕੈਲੰਡਰ ਸ਼ਹੀਦਾਂ ਦਾ ਵਾਪਸ ਲੈ ਲਿਆ ਗਿਆ। ਪਰ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵੱਡੀ ਗਿਣਤੀ ਵਿੱਚ
उस तो कई गुणा वड्डी गिणती दे विच सारी दुनिया दे विच ओह कैलेंडर छाप के सारी दुनिया च वंडिया। ना केवल श्रोमणी कमेटी ने बल्कि वक्-वक् थावां दे उत्ते वक्-वक् गुरुद्वारा कमेटियां ने भी बिल्कुल उही कैलेंडर मुड़ दोबारा छाप के वंडिया। कल दा मार्च उस इतिहास नूं दोहरांदा होया ये सुनेहा दिंदा है कि वक़्त दे हुक्मरान भावें जो मर्जी कह लैण पर इतिहास एक ऐसियां पैड़ा छड्डदा है जिन्हों मिटाया नहीं जा सकता। उस तो सबक सिक्ख्या जा सकता है, अपने आप नूं सुधारिया जा सकता है। इतिहास नूं सुधारन दी गलती जो करता है वो कदे कामयाब नहीं हुंदी। समा है एक वक्फे दा, उहदे बाद मुड़ हाज़र होंदे। गेट पंजाबी दे दानश्वर दर्शकों ते सुचेत ਸਰੋਤਾ जनां दा वक्फे दे बाद निੱਘਾ स्वागत है। ਅਸੀਂ शहीद शहादत शहादतां दे बारे गल कर रहे हाँ। दरअसल सिख इतिहास सारे दा सारा शहादतां दे उत्ते टिकिया होया। शहादतां भी ऐसियां जिस दी शुरुआत गुरु नानक साहब ने अपना सुनेहा दे के कीती और उन्होंने कहा जो तो प्रेम खेलन का चाओ सिर तर तली गली मेरी आओ। गुरु अर्जन पातशाह का शब्द है पहला मरण कबूल जीवन की छड़ आस। और ये शहादतां ने कोई ऐसा ढंग नहीं दुनिया दे विच जिहड़ा सिखां दे उत्ते नहीं वरतिया गया। भाई रतन सिंह भंगू लिखते हैं कई चरख कई फांसी मारे, कई तोपन कई छुरी कटारे, कईयन के सिर मुंगली कुट्टे, कई डोबे कई घसीट सो सुट्टे, दब्बे टंगे बंदूखन दे मार, कौन गने जो मारे हजार, पांत पांत कई पकड़ बहाए, साथ तेगन के सीस उड़वाए, किसे हथ किसे टंग कटवाए, अख कड किसे खल कढवाए, केसन वाले जो नर होई, बाल बिरद लब छड़े ना कोई। पर इन्हां सारियां दा इक्को सुनेहा सी, अरदास इक्को सी, हे वाहिगुरू साडी सिक्खी केसां स्वासां संग निभ जाए। बाबा बंदा सिंह बहादुर अज जिन्हां दा ਉਹ शहीदी वीक है, शहीदी हफ्ता है। 5 तरीक 5 मार्च तो लैके 12 मार्च तक 780 सिखां नूं सीसगंज साहब के सामने मैजेस्टिक सिनेमे वाली थां दे उत्ते शहीद किया गया। और जिस वेले उन्हां सिंघां नूं लियाया जा रहा सी वो शब्द पढ़ रहे सन, शब्द पढ़े जो मरने वारे जीवन झूठो शब्द उचारें, साधो यह मुर्दन को गाओ या जग में कोई रहन ना पाओ। और इक्को अरदास कर रहे सी कि जै जै खालसे होए प्रगास, खालसे निभाओ होवे केसी स्वास। यही अरदास सी। अज उस इतिहास नूं अपने शरधा दे फुल देंदे होया दिल्ली सिख गुरुद्वारा मैनेजमेंट कमेटी ने एक इतिहासक कारज किया जिहड़े उत्थे वो दोबारा उन्हां ही रस्तियां दे उत्ते फिर एक नगर कीर्तन, एक मार्च, एक फौजी मार्च कढ़िया। साडे नाल सरदार मनजीत सिंह जी के प्रधान दिल्ली सिख गुरुद्वारा मैनेजमेंट कमेटी साडे नाल जुड़े हैं। और मनजीत सिंह जी तुहानू जी आयां नू अमरीका ते कैनेडा के दर्शकों के रूबरू होने लई तुहाडा बहुत बहुत धन्यवाद और स्वागत है। और जिहड़ा ये शानदार प्रोग्राम उलीकिया और जिसनू निर्विघ्नता सहित गुरु की कृपा नाल संपूर्ण होया उहदी तुहानू वधाई भी है। तुसी की कहना चाहते हो, इस प्रोग्राम नू किवें सम अप करदे हो? ते अज 2 शहीदी दिवस है, भाई सुबेग सिंह शाहबाज सिंह का शहीदी दिवस और बाबा बंदा सिंह बहादुर का यह पूरा हफ्ता है। इन्हां नू तुसी किस नज़र नाल वेखदे हो? वाहिगुरू जी का खालसा वाहिगुरू जी की फतेह। मैं इस जिहड़ा असीं 231वां शहीदी दिवस असीं दिल्ली फतेह दिवस बनाया है जी, मैं समझदा वां कि ये बहुत लंबे समय तो मेरे मन दे विच सोच सीगी। ਉਹਦਾ ਕਾਰਨ ਹੈ ਕਿ 1960 ਤੋਂ ਲੈ ਕੇ 1964 ਤੱਕ ਇਸ ਹਜ਼ਾਰੀ ਦਾ ਜਿਹੜਾ ਮੇਨ ਗੇਟ ਹੈ ਉਹਦੇ ਬਿਲਕੁਲ ਆਪੋਜ਼ਿਟ ਸਾਡੀ ਪ੍ਰਾਪਰਟੀ ਅਸੀਂ ਉੱਥੇ ਰਹੇ ਹਾਂ ਜੀ। 64 ਚ ਉੱਥੇ ਸ਼ਿਫਟ ਕੀਤੇ, ਲੇਕਿਨ ਅੱਜ ਵੀ ਉੱਥੇ ਜਿਹੜੀ ਪ੍ਰਾਪਰਟੀ ਹੈ ਹਾਂਜੀ ਉਹ ਸਾਡੇ ਕੋਲ ਮੌਜੂਦ ਹੈ। ਤੇ ਮੈਂ ਬਚਪਨ ਤੋਂ 30 ਹਜ਼ਾਰੀ ਸਾਡੇ ਸਾਹਮਣੇ ਬਣੀ ਸੀ ਤੇ ਮੈਂ ਆਪਣੇ ਪਿਤਾ ਤੋਂ 30 ਹਜ਼ਾਰੀ ਦੇ ਬਾਰੇ ਸੁਣਦਾ ਹੁੰਦਾ ਸੀਗਾ ਕਿ ਇੱਥੇ ਖਾਲਸੇ ਦੀ ਫੌਜਾਂ ਕਿਸੇ ਜ਼ਮਾਨੇ ਚ ਆਈਆਂ ਜੀ। ਤੇ
30 ਹਜ਼ਾਰੀ ਗੁਰਦੁਆਰੇ ਚ ਕੋਟ, ਬਹੁਤ ਵੱਡਾ ਕੋਟ ਦਾ ਕੰਪਲੈਕਸ ਹੈ, ਉਹਦੇ ਵਿੱਚ ਇੱਕ ਨਿੱਕਾ ਜਿਹਾ ਗੁਰਦੁਆਰਾ ਵੀ ਸੰਗਤ ਨੇ ਬਣਾਇਆ ਜਿਹਦਾ ਨਾਂ ਹੀ ਗੁਰਦੁਆਰਾ ਬਾਬਾ ਬਗੇਲ ਸਿੰਘ ਹੈ। ਅੱਛਾ, ਬਹੁਤ ਘੱਟ ਲੋਕਾਂ ਨੂੰ ਪਤਾ ਉਸ ਸਥਾਨ ਦਾ। ਜੀ ਜੀ। ਤੇ ਜਦੋਂ ਅਸੀਂ ਪਿਛਲੇ ਸਾਲ ਦਿੱਲੀ ਗੁਰਦੁਆਰਾ ਕਮੇਟੀ ਜਿੱਤੇ ਆ ਜੀ, ਤੇ ਉਦੋਂ ਤਾਂ ਮੇਰੇ ਮਨ ਚ ਸੀਗਾ, ਕਿਉਂਕਿ ਉਦੋਂ ਟਾਈਮ ਬੜਾ ਸ਼ਾਰਟ ਸੀ, ਨਾ ਅਸੀਂ ਤਿਆਰੀ ਕਰ ਸਕੇ ਨਾ ਇਤਿਹਾਸ ਵੱਲ ਜਾ ਸਕੇ। ਲੇਕਿਨ ਇਸ ਵਾਰੀ ਅਸੀਂ ਕੋਈ 3 ਮਹੀਨੇ ਪਹਿਲੇ ਤੋਂ ਇਸ ਗੱਲ ਦੀ ਅਸੀਂ ਖੋਜ ਕਰਨੀ ਸ਼ੁਰੂ ਕੀਤੀ ਕਿ 11 ਮਾਰਚ ਦਾ ਉਹ ਦਿਨ ਬਹਿੰਦਾ ਹੈ ਜੀ, ਔਰ ਅਸੀਂ ਫਿਰ ਇਸ ਪਾਸੇ ਜਦੋਂ ਲੱਗੇ ਇਹਦੇ ਪ੍ਰੋਗਰਾਮ ਲਿਖਣੇ ਸ਼ੁਰੂ ਕੀਤੇ। ਸਰਕਾਰ ਤੋਂ ਪਰਮਿਸ਼ਨਾਂ ਡਿਪਾਰਟਮੈਂਟ ਜਿਵੇਂ ASI ਤੋਂ ਲੈਣੀ ਸੀਗੀ, ਉਹ ਲੈਣੀਆਂ ਸੀਗੀਆਂ, ਉਹ ਪਰਮਿਸ਼ਨਾਂ ਵਾਲੇ ਪਾਸੇ ਤੁਰੇ, ਉਹਦੇ ਚ ਕਾਫੀ ਡਿਫਿਕਲਟੀਜ਼ ਆਈਆਂ ਔਰ ਉਹ ਪਰਮਿਸ਼ਨਾਂ ਮਿਲੀਆਂ ਵੀ, ਮਿਲਣ ਤੋਂ ਬਾਅਦ ਕੈਂਸਲ ਵੀ ਹੋਈਆਂ। ਹਾਂਜੀ, ਅਸੀਂ 1 ਤਰੀਕ ਨੂੰ ਸਾਰਿਆਂ ਨੇ, ਸਾਡੀ ਦਿੱਲੀ ਗੁਰਦੁਆਰਾ ਕਮੇਟੀ ਦਾ ਡੈਲੀਗੇਸ਼ਨ ਲੰਡਨ ਜਾਣਾ ਸੀਗਾ ਇਸ ਤਰੀਕ ਨੂੰ, ਔਰ 6 ਨੂੰ ਵਾਪਸ ਆਉਣਾ ਸੀ, ਉਹ ਵੀ ਕੈਂਸਲ ਕਰਨਾ ਪਿਆ। ਔਰ ਇਹ ਜਿਹੜੀ ਅਸੀਂ ਉੱਥੇ ਪ੍ਰੋਗਰਾਮ ਮਨਾਇਆ ਉਹਦੀ ਵੀ ਪਰਮਿਸ਼ਨ ਕੈਂਸਲ ਹੋਈ ਸਾਡੀ। ਜਿਹੜਾ ਅਸੀਂ ਦਿੱਲੀ ਪੁਲਿਸ ਵੱਲੋਂ ਜਿਹੜੀ ਅਸੀਂ ਮਾਰਚ ਕੱਢਿਆ ਉਹਦੀ ਵੀ ਪਰਮਿਸ਼ਨ ਰਿਟਨ ਤੌਰ ਤੇ ਸਾਡੇ ਕੈਂਸਲ ਹੋਈ। ਜੀ ਜੀ, ਤੇ ਮੈਂ ਸਮਝਦਾ ਵਾਂ ਕਿ ਇੱਕ ਵਾਰੀ ਪਰਮਿਸ਼ਨਾਂ ਕੈਂਸਲ ਹੋ ਜਾਣ ਤੇ ਫਿਰ ਉਹ ਪ੍ਰੋਗਰਾਮ ਕਰਨਾ ਔਖਾ ਹੈ ਜੀ। ਲੇਕਿਨ ਗੁਰੂ ਦੀ ਬਖਸ਼ਿਸ਼ ਹੋਈ, ਅਸੀਂ ਉਹਨਾਂ ਨੂੰ ਕਿਹਾ ਜੀ ਅਸੀਂ ਇਹ ਪ੍ਰੋਗਰਾਮ ਕਰਾਂਗੇ ਜੀ, ਔਰ ਉਹਨਾਂ ਨੂੰ ਮੈਂ ਤਾਰੀਫ ਕਰਦਾ ਕਿ ਉਹਨਾਂ ਨੇ ਪਰਮਿਸ਼ਨ ਜ਼ਰੂਰ ਕੈਂਸਲ ਕਰਤੀ ਪਰ ਫਿਜ਼ੀਕਲੀ ਸਾਨੂੰ ਰੋਕਣ ਨਹੀਂ ਆਏ। ਅੱਛਾ, ਉਹਨਾਂ ਨੂੰ ਇਹ ਪਤਾ ਸੀਗਾ ਕਿ ਹੁਣ ਖਾਲਸੇ ਨੇ ਬਾਜ ਨਹੀਂ ਆਣਾ ਤੇ ਉਹਨਾਂ ਨੇ ਕਾਗਜ਼ ਆਪਣੇ ਪੂਰੇ ਕਰਤੇ। ਪਰ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਚੜ੍ਹਦੀ ਕਲਾ ਦੇ ਨਾਲ ਇਹ ਹਿਸਟੋਰੀਕਲ ਫੈਕਟ ਲੋਕਾਂ ਦੇ ਸਾਹਮਣੇ ਆਇਆ ਜਿਹੜਾ ਕਿਸੇ ਨੂੰ ਪਤਾ ਨਹੀਂ ਸੀ। ਮੈਂ ਈਵਨ ਵੱਡੇ ਲੀਡਰਾਂ ਨਾਲ ਗੱਲ ਹੋਈ ਹੈ, ਵੱਡੇ ਸਿੰਘ ਸਾਹਿਬਾਨਾਂ ਨਾਲ ਵੀ ਗੱਲ ਹੋਈ, ਉਹਨਾਂ ਨੂੰ ਵੀ ਇਸ ਜਾਣਕਾਰੀ ਬਾਰੇ ਪੂਰੀ ਨੌਲੇਜ ਨਹੀਂ ਸੀ। ਇਹ ਜ਼ਰੂਰ ਕਈਆਂ ਨੂੰ ਪਤਾ ਸੀਗਾ ਇੱਥੇ ਕਦੀ ਬਾਬਾ ਬਗੇਲ ਸਿੰਘ ਜਾਂ ਬਾਕੀ ਜਥੇਦਾਰ ਆਏ ਸਨ ਜੀ ਜੀ। ਔਰ ਮੈਂ ਸਮਝਦਾ ਕਿ ਜੋ ਇਹ ਤੁਸੀਂ ਦੇਖਿਆ ਜਾਂ ਜਿਹੜਾ ਲੋਕਾਂ ਨੇ ਵੇਖਿਆ, ਅੱਜ ਤੋਂ ਬਾਅਦ ਕੋਈ ਭੁੱਲੇਗਾ ਨਹੀਂ, ਔਰ ਅੱਜ ਤੋਂ ਬਾਅਦ ਅਸੀਂ ਰਹੀਏ ਨਾ ਰਹੀਏ ਪਰ ਦੁਨੀਆ ਇਸ ਦਿਨ ਲਈ ਜ਼ਰੂਰ ਯਾਦ ਕਰੂਗੀ ਜੀ ਜੀ ਜੀ। ਇਸ ਕਰਕੇ ਮੈਂ ਵਧਾਈ ਦਿੰਦਾ ਸਾਰੀ ਸਿੱਖ ਜਗਤ ਨੂੰ ਜਿਨ੍ਹਾਂ ਨੇ ਸਾਨੂੰ ਹੌਸਲਾ ਵਧਾਇਆ ਔਰ ਸਹਿਯੋਗ ਕੀਤਾ ਇਹ ਦਿਨ ਮਨਾਉਣ ਜੀ ਜੀ। ਤੁਸੀਂ ਇਹ ਦੱਸ ਰਹੇ ਸੀਗੇ ਕਿ ਤੁਹਾਨੂੰ ਪਰਮਿਸ਼ਨ ਕੈਂਸਲ ਹੋ ਗਈ, ਕੀ ਇਹ ਜਿਹੜਾ ਫਿਰ ਸਾਰਾ ਕੁਝ ਪ੍ਰੋਗਰਾਮ ਹੋਇਆ ਇਹ ਪਰਮਿਸ਼ਨ ਅਲਟੀਮੇਟਲੀ ਮਿਲ ਗਈ ਸੀ ਕਿ ਨਹੀਂ ਮਿਲੀ ਸੀ? ਨਹੀਂ, ਸਾਨੂੰ ਦੇਖੋ ਅਸੀਂ ASI ਮੇਨ ਜਿਹਦੇ ਕੋਲ ਲਾਲ ਕਿਲ੍ਹੇ ਦੀ ਰੱਖ ਰਖਾਓ ਹੈ, ਹਾਂਜੀ, ਉਹਨਾਂ ਨੇ ਸਾਨੂੰ ਪਰਮਿਸ਼ਨ ਦੇ ਦਿੱਤੀ। ਉਹਨਾਂ ਨੇ ਸਾਡੇ ਕੋਲੋਂ ਰੋਜ਼ ਦਾ ਕਿਰਾਇਆ ਲਿਆ, ਅਸੀਂ ਲੈ ਲਈ। ਅੱਛਾ, ਉਹਦੇ ਬਾਅਦ ਅਸੀਂ ਤੁਸੀਂ ਜਗ੍ਹਾ ਤੇ ਲੈ ਲੈਂਦੇ ਹੋ ਪਰ ਫੰਕਸ਼ਨ ਜਦੋਂ ਪਬਲਿਕ ਫੰਕਸ਼ਨ ਹੋਵੇ ਉਹਦੀ ਪੁਲਿਸ ਪਰਮਿਸ਼ਨ ਚਾਹੀਦੀ ਹੈ। ਅੱਛਾ ਅੱਛਾ ਅੱਛਾ, ਪੁਲਿਸ ਕੋਲੋਂ ਪਰਮਿਸ਼ਨ ਚਾਹੀਦੀ ਸੀਗੀ ਸਾਨੂੰ ਉਸ ਮਾਰਚ ਦੀ। ਹਾਂਜੀ, ਪਹਿਲੇ 30 ਹਜ਼ਾਰੀ ਤੋਂ ਸ਼ੁਰੂ ਹੋਣਾ ਸੀ, ਉਹ ਕੈਂਸਲ ਹੋਇਆ। ਫਿਰ ਉਹਨਾਂ ਨੇ ਸਾਨੂੰ ਡਿਫਰੈਂਟ ਰੂਟ ਸਾਡੇ ਨਾਲ ਤੈਅ ਕੀਤਾ, ਉਹਦੀ ਵੀ ਪਰਮਿਸ਼ਨ ਨਹੀਂ ਦਿੱਤੀ। ਫਿਰ ਜਿੱਥੇ ਅਸੀਂ ਦੂਜੇ ਦਿਨ ਪ੍ਰੋਗਰਾਮ ਬਣਾਇਆ ਜਿਸ ਜਗ੍ਹਾ ਦੇ ਉੱਤੇ ਲਾਲ ਕਿਲ੍ਹੇ ਦੇ ਮੈਦਾਨਾਂ ਤੇ, ਉਹਦੀ ਪਰਮਿਸ਼ਨ ਵੀ ਇੱਥੇ ਲਾਇਸੈਂਸਿੰਗ ਅਥਾਰਟੀ ਹੁੰਦੀ ਹੈ। ਜਿਹੜੇ ਕੋਈ ਧਾਰਮਿਕ ਜਾਂ ਕਲਚਰਲ ਪ੍ਰੋਗਰਾਮ ਪਬਲਿਕ ਪਲੇਸਿਸ ਤੇ ਹੁੰਦੇ ਉਹ ਪੁਲਿਸ ਦਾ ਇੱਕ ਡਿਪਾਰਟਮੈਂਟ ਹੈ ਲਾਇਸੈਂਸਿੰਗ। ਇਹਦਾ ਮਤਲਬ ਤੁਸੀਂ ਮਨਜੀਤ ਜੀ ਫਿਰ ਇਹ ਕੀਤਾ ਕਿ ਪਰਮਿਸ਼ਨ ਤੁਹਾਨੂੰ ਨਹੀਂ ਮਿਲੀ, ਸੋ ਤੁਸੀਂ ਪੁਲਿਸ ਦਾ ਬੈਂਡ ਔਰ ਮਿਲਟਰੀ ਦਾ ਬੈਂਡ ਮੰਗਾ ਲਿਆ ਤੇ ਉਹਨਾਂ ਕੋਲੋਂ ਉੱਥੇ ਪ੍ਰੋਗਰਾਮ ਕਰਾ ਦਿੱਤਾ। ਬਿਲਕੁਲ ਸਾਡੇ ਕੋਲ ਰਿਟਨ ਪਰਮਿਸ਼ਨ ਉਹਨੇ ਮਨਾ ਕੀਤੀ ਕਿਉਂਕਿ ਬੈਂਡ ਪਹਿਲੇ ਦਾ ਬੁੱਕ ਸੀਗੇ ਜਦੋਂ ਉਹਨਾਂ ਨੇ ਸਾਨੂੰ ਹਾਂ ਕੀਤੀ ਹੋਈ ਸੀ। ਲੇਕਿਨ ਇਹ ਅਮਰੀਕਾ ਨਹੀਂ ਹੈਗਾ, ਇੱਥੇ ਇੱਕ ਡਿਪਾਰਟਮੈਂਟ ਦਾ ਦੂਜੇ ਡਿਪਾਰਟਮੈਂਟ ਨੂੰ ਪਤਾ ਲੱਗਦੇ ਸਾਲ ਨਿਕਲ ਜਾਂਦਾ ਔਰ ਇੱਥੇ ਉਹਨਾਂ ਦੇ ਬੈਂਡ ਪੁਲਿਸ ਦੇ ਵੀ ਆਏ, ਆਰਮੀ ਦੇ ਵੀ ਆਏ ਔਰ ਉਹਨਾਂ ਨੇ ਪਲੇ ਵੀ ਕੀਤਾ। ਅਸੀਂ ਵੀ ਆਪਣਾ ਪ੍ਰੋਗਰਾਮ ਕੀਤਾ ਔਰ ਕਿਤੇ ਨਾ ਕਿਤੇ ਦਿੱਲੀ ਪੁਲਿਸ ਨੇ ਇਹ ਵੀ ਸਹਿਯੋਗ ਕੀਤਾ ਕਿ ਮਨਾ ਤਾਂ ਕਰ ਦਿੱਤਾ ਪਰ ਸਾਨੂੰ ਰੋਕਣ ਨਹੀਂ ਆਏ। ਅੱਛਾ, ਮਨਾ ਕੀਤਾ ਪਰ ਮਨਾ ਨਹੀਂ ਕੀਤਾ। ਹਾਂ, ਉਹਨਾਂ ਨੇ, ਮੇਰਾ ਖਿਆਲ ਹੈ ਕਿਉਂਕਿ ਸੁਪਰੀਮ ਕੋਰਟ ਦੀ ਕੁਝ ਰੂਲਿੰਗਸ ਨੇ, ਰਿਟਨ ਪਰਮਿਸ਼ਨ ਜੇ ਉਹ ਦੇ ਦੇਣ ਤੇ ਕੱਲ ਨੂੰ ਉਹਨਾਂ ਨੂੰ ਸੁਪਰੀਮ ਕੋਰਟ 'ਚ ਕੰਟੈਂਪਟ ਬਣ ਸਕਦੀ ਸੀਗੀ। ਉਹਨਾਂ ਨੇ ਆਪਣੇ ਆਪ ਨੂੰ ਕਾਨੂੰਨ ਦੇ ਸੱਜੇ ਪਾਸੇ ਰੱਖਿਆ ਬਟ ਪ੍ਰੈਕਟੀਕਲੀ ਕੁਝ ਹੋਰ ਹੋਇਆ। ਠੀਕ ਹੈ, ਠੀਕ ਹੈ। ਮਨਜੀਤ ਸਿੰਘ ਜੀ, ਇੱਕ ਗੱਲ ਦੱਸੋਗੇ ਕਿ ਇਹ ਖਬਰਾਂ ਆਈਆਂ ਕਿ ਤੁਹਾਡੇ ਕਾਫੀ ਹਮਦਰਦ ਹੈਗੇ ਹੈ, ਤੁਹਾਡੇ ਨਜ਼ਦੀਕੀ ਹੈਗੇ, ਉਹਨਾਂ ਨੇ ਅਖਬਾਰਾਂ ਵਿੱਚ ਬਿਆਨ ਦਿੱਤਾ ਜੀ ਕਿ ਇਹਨਾਂ ਨੇ ਇਹ ਸਾਰੇ ਦਾ ਸਾਰਾ ਪੈਸਾ ਵੇਸਟ ਕਰ ਦਿੱਤਾ ਔਰ ਇਹਦਾ ਕੀ ਫਾਇਦਾ ਹੈ ਔਰ ਇਹ ਸਾਰਾ ਬਰਬਾਦ ਕਰ ਦਿੱਤਾ ਲੰਗਰ ਦੇ ਉੱਤੇ ਔਰ ਫਲਾਣਾ। ਇਹਦੇ ਬਾਰੇ ਤੁਸੀਂ ਕੀ ਇਹ ਕਿੰਨਾ ਕੁ ਤੁਹਾਡੇ ਤੇ ਇਹਦਾ ਅਸਰ ਸੀ ਉਸ ਵਿਰੋਧ ਦਾ ਜਿਹੜਾ ਆਪਣਿਆਂ ਕੋਲੋਂ ਹੀ ਵਿਰੋਧ ਹੋਣਾ ਸ਼ੁਰੂ ਹੋ ਗਿਆ? ਗੱਲ ਇਹ ਹੈ ਜੀ ਕਿ ਜਿਹੜਾ ਤੁਸੀਂ ਵਿਰੋਧ ਕਹਿ ਰਹੇ ਹੋ ਜੀ, ਉਹਨਾਂ ਲੋਕਾਂ ਦਾ ਜਿਹਨਾਂ ਲੋਕਾਂ ਨੇ ਅੱਗੇ ਕੌਮ ਲਈ
मैं कहना 15 साल कौम के बहुत अहम वेस्ट किए ने और उन्हों का काम सिर्फ विरोध का ही होंगे। जो तुहानू याद है उत्तराखंड दे विच त्रासदी आई सी ते असीं उत्थे मदद करन गए सीगे जी, उदों भी बड़ियां गल्लां कीतियां सी जी कि ये गुरु दी गोलक वेस्ट कर रहे ने जी। उत्तराखंड च जिहड़े कोई सिख बैठे ने जिथे ये मदद करन चले ने, इन्हां नू शायद ये नहीं पता कि तुसीं जदों ਇਹਦੇ ਚ ਆਪਣੇ गुरु नानक साहब का जिहड़ा सुनेहा सी वो सारे वर्णा लई सी। बिल्कुल बिल्कुल ठीक है। गुरु नानक साहब दा जिहड़ी बाणी है वो मैं अज भी कहना डंके दी चोट पे कि वो खाली सिखां लई नहीं, वो मनुखता लई है जी जी जी। मैं अज भी कई बार ये गल दा जिक्र करदा कि असीं लबाणे सिंह होण, रंगरेटे सिंह होण, असीं सिकलीगर होण, असीं बाजीगर सिख होण, असीं बंजारे सिख होण, असीं किते ना किते कई सिंधी होण, असीं किते ना किते इन्हां नूं अपने तो दूर कीता। अज जे गुरु नानक साहब उत्तों भी सानू सवाल करन थल्ले हाँ जी मेरा बाला मर्दाना किथे है ते शायद साडे कोल जवाब नहीं गा। असीं इन्ने क संकोच ले, इन्ने क बूहे बंद कर दिते है कि असीं गुरु नानक ने सिੱਖੀ नूं हद्दां टपा के मुल्कां दियां एक मैसेज दिता सी। ਅਸੀਂ ਹੱਦਾਂ ਦੇ ਅੰਦਰ ਵੀ ਹੱਦਾਂ ਬਣਾ ਲਈਆਂ ਕਿ ਸ਼ਾਇਦ ਇਹਨਾਂ ਨੂੰ ਅੰਦਰ ਨਹੀਂ ਵੜਨ ਦੇਣਾ, ਇਹਨਾਂ ਨੂੰ ਬਾਹਰ ਕੱਢੋ। ਇਸ ਕਰਕੇ ਅਸੀਂ ਮਾਰ ਵੀ ਖਾਧੀ, ਇਸ ਕਰਕੇ ਸਾਡੀ ਗਿਣਤੀ ਵੀ ਅੱਜ ਉਂਗਲਾਂ ਤੇ ਗਿਣਨ ਵਾਲੀ ਹੈ। ਲੋੜ ਹੈ ਵਾਪਸ ਗੁਰੂ ਨਾਨਕ ਦੀ ਸਿੱਖੀ ਨੂੰ ਕਾਇਮ ਕਰਨ ਲਈ। ਤੇ ਜੇ ਅਸੀਂ ਉੱਤਰਾਖੰਡ ਜਾ ਕੇ ਮਦਦ ਕੀਤੀ ਤੇ ਨੈਸ਼ਨਲ ਟੀਵੀ ਤੇ ਉੱਥੇ ਲੋਕਾਂ ਨੇ ਕਿਹਾ या हमारे को फौज ने बचाया है या हमारे को सिखों ने बचाया है। जी मनजीत सिंह जी समा है एक छोटा जिहा वक्फा लवांगे पर एक गल दसनी जरूरी बनती है। जदों सिख फौजां जदों सिख जरनैल दिल्ली दे विच एंटर कीते सी उस वेले ਉਹ ਜਦੋਂ ਉਹਨਾਂ ਨੇ ਦਿੱਲੀ ਦੇ ਪੁਲ ਬੰਗਸ਼ ਇਲਾਕੇ ਜਦੋਂ ਐਂਟਰ ਕੀਤੇ ਤਾਂ ਸਥਾਨਕ ਲੋਕਾਂ ਨੇ ਮਠਿਆਈ ਵੰਡੀ ਸੀ ਕਿਉਂਕਿ ਉਹ ਵੀ ਜੋ ਹੁਕਮਰਾਨ ਸਨ ਜਿਹੜੇ ਸ਼ਾਹ ਬੈਠੇ ਜਿਹੜੇ ਗੱਦੀ ਦੇ ਉੱਤੇ ਬੈਠੇ ਉਹਨਾਂ ਤੋਂ ਉਹ ਵੀ ਤੰਗ ਸਨ ਕਿਉਂਕਿ ਨਾ ਤਾਂ ਉਹਨਾਂ ਦੀ ਰਾਖੀ ਕਰ ਸਕਦੇ ਸੀ ਤੇ ਨਾ ਹੀ ਕਿਸੇ ਕਿਸਮ ਦੀ ਹੋਰ ਕੋਈ ਇਨਸਾਫ ਦੀ ਉਮੀਦ ਸੀ। ਉਹਨਾਂ ਨੇ ਮਠਿਆਈ ਵੰਡੀ ਜਿਸ ਜਗ੍ਹਾ ਦਾ ਨਾਂ ਹੁਣ ਪੁਲ ਮਠਿਆਈ ਹੈ। ਸੋ ਇਹ ਤਾਂ ਪੁਲ ਮਠਿਆਈ ਹੈ ਜਿਹੜਾ ਪੁਰਾਣਾ ਪੁਲ ਹੈਗਾ ਪੁਰਾਣੀ ਦਿੱਲੀ ਦੇ ਵਿੱਚ ਉਹਦਾ ਨਾਂ ਪੁਲ ਮਠਿਆਈ ਹੈ। ਬਿਲਕੁਲ ਠੀਕ ਤੁਸੀਂ ਇਹ ਇਤਿਹਾਸਿਕ ਪੱਖ ਜਿਹਨੂੰ ਤੁਸੀਂ ਉਜਾਗਰ ਜੀ ਜੀ। ਸੋ ਇਹਨੂੰ ਅਸੀਂ ਜ਼ਰੂਰ ਅੱਗੇ ਥੋੜਾ ਵਧਾਵਾਂਗੇ ਪਰ ਇੱਕ ਛੋਟਾ ਜਿਹਾ ਵਕਫਾ ਲਵਾਂਗੇ ਉਹਦੇ ਬਾਅਦ ਜ਼ਰੂਰ ਤੁਸੀਂ ਲਾਈਨ ਤੇ ਬਣੇ ਰਹੋ। ਬਹੁਤ ਹੀ ਅਹਿਮ ਜਾਣਕਾਰੀ ਹੈ ਜਿਹੜੀ ਤੁਸੀਂ ਦੇ ਰਹੇ ਹੋ ਔਰ ਥੋੜੇ ਜਿਹੇ ਸਮੇਂ ਬਾਅਦ ਹਾਜ਼ਰ ਹੋਣੇ ਆ ਇੱਕ ਵਕਫੇ ਦੇ ਬਾਅਦ। गेट पंजाबी दे दानश्वर दर्शकों ते सुचेत ਸਰੋਤਾ जनां दा वक्फे दे बाद तिग्गा स्वागत है। ਅਸੀਂ ਸਾਹ ਮਨਜੀਤ ਸਿੰਘ जी दे नाल गलबात कर रहे हाँ। अज ਜਿਹੜਾ मार्च कढ़िया गया फतेह मार्च कढ़िया गया फतेह दिवस मनाया गया उस दी तां वधाई दिंदे ही हाँ पर नाल ही ਜਿਹੜੀ बाबा बंदा सिंह बहादुर दे नाल 780 सिखां नूं शहीद किया गया दिल्ली दे विच जिस दा पूरा हवाला पूरा जिक्र किया गया है अखबारे दरबारे मुआला दे विच किस तरह बाबा बंदा सिंह बहादुर बारे हुक्म होया कि उन्हां दे शरीर दे मांस और हड्डियां नूं बिल्कुल वख कर दिता जाए। किस तरीके दे नाल भाई सुबेग सिंह शहबाज सिंह नूं जिस वेले शहीद किया गया और उन्हां नूं कहा गया भाई सुबेग सिंह नूं कि तेरा इक्को एक लड़का है तू अपनी कुल बचा लै तां उन्हां ने जवाब दिता सी चारे पुत्र जान को हाए सो चंडी की भेंट कराए हम कारण गुरकुले गवाई हम कुल राखें कौन वडाई। साडी खातर गुरु साहब ने अपनी कुल गवा दी असी अपनी कुल बचा लीए इहदे विच कादी वडियाई है। समजीत सिंह जी एक बार फिर आके तुहाडा जी आयां नूं तुसीं ये दसो कि इन्ना महान विरसा इन्नियां महान शहादतां दिल्ली दे नाल होईयां ਉਹ 780 सिख 7 दिनों ਦੇ ਵਿੱਚ ਜਿਨ੍ਹਾਂ ਨੂੰ ਕਤਲ ਕੀਤਾ ਗਿਆ ਦਿੱਲੀ ਦੇ ਵਿੱਚ ਸੀਸਗੰਜ ਸਾਹਿਬ ਦੇ ਸਾਹਮਣੇ। ਇਹ ਚੰਗੀ ਗੱਲ ਹੈ ਕਿ ਮੈਜੈਸਟਿਕ ਸਿਨੇਮੇ ਦੀ ਉਹ ਜਿਹੜਾ ਸਿਨੇਮਾ ਸੀ ਉਹ ਬਹੁਤ ਦੇਰੀ ਨਾਲ ਸਹੀ ਦੇਰ ਆਏ ਦੁਰਸਤ ਆਏ ਉਹ ਦਿੱਲੀ ਕਮੇਟੀ ਨੇ ਲੈ ਲਿਆ ਪਰ ਕੀ ਉਹ 780 ਸਿੱਖਾਂ ਦੀ ਸ਼ਹਾਦਤ ਨੂੰ ਦਰਸਾਉਂਦਾ ਹੋਇਆ उस यादगार नूं किसी उस तरीके दे नाल कन्वर्ट किया जाएगा। और दूसरा बाबा बंदा सिंह बहादुर पहला सिख राज का संस्थापक है जिन्होंने सिक्का भी चलाया और लोगों नूं राज दिता।
ਉਹਨਾਂ ਦੀ ਯਾਦਗਾਰ ਉਸ ਲੈਵਲ ਦੀ ਜਿਸ ਤਰ੍ਹਾਂ ਬਣਨੀ ਚਾਹੀਦੀ ਹੈ, ਜਿਹੜੀ ਨਹੀਂ ਹੈਗੀ, ਇਹਦੇ ਲਈ ਤੁਸੀਂ ਉਪਰਾਲੇ ਕਰੋਗੇ। ਇਹ ਸਾਰਾ ਜਿਹੜਾ ਤੁਸੀਂ ਪ੍ਰੋਗਰਾਮ ਕਰਕੇ ਉਲੀਕਿਆ, ਇਹਦੇ 'ਚ ਤੁਹਾਨੂੰ ਕਿੰਨੀ ਕੁ ਪ੍ਰੇਰਨਾ ਔਰ ਚੜ੍ਹਦੀ ਕਲਾ ਮਿਲੇਗੀ ਤਾਂ ਕਿ ਤੁਸੀਂ ਅੱਗੇ ਕੰਮ ਕਰ ਸਕੋ? ਇਹਦੇ ਬਾਰੇ ਜੇ ਸਾਡੇ ਦਰਸ਼ਕਾਂ ਨਾਲ ਆਪਣੀ ਗੱਲਬਾਤ ਸਾਂਝੀ ਕਰ ਸਕੋ। ਮੈਂ ਪਹਿਲਾਂ 1 ਮਿੰਟ 'ਚ ਮੈਂ ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ ਸੀਗੀ ਕਿ ਇਸ ਗੱਲ ਦਾ ਕਿਸੇ ਨਾ ਕਿਸੇ ਨੇ ਕ੍ਰਿਟਿਸਾਈਜ਼ ਕੀਤਾ, ਜਿਨ੍ਹਾਂ ਦੇ ਪੋਲੀਟੀਕਲ ਐਂਬੀਸ਼ਨਸ ਨੇ ਉਹਨਾਂ ਨੇ ਕ੍ਰਿਟਿਸਾਈਜ਼ ਕੀਤਾ। ਦੂਜੀ ਗੱਲ ਇਹ ਹੈ, ਮੇਰਾ ਇੱਕ ਸੋਚ ਹੈ, ਮੇਰੀ ਸੋਚ ਹੈ ਕਿ ਕਹਿੰਦੇ ਮੈਦਾਨੇ ਜੰਗ ਦੇ ਵਿੱਚ ਜੇ ਕੋਈ ਜ਼ਖਮੀ ਹੋ ਕੇ ਡਿੱਗ ਜਾਂਦਾ ਹੈ ਨਾ, ਤੇ ਉਹ ਹਾਰਿਆ ਹੋਇਆ ਨਹੀਂ ਕਹਿੰਦੇ। ਜੇ ਤਾਂ ਉਹ ਉੱਠਣ ਨੂੰ ਤਿਆਰ ਨਾ ਹੋਵੇ ਫਿਰ ਤਾਂ ਉਹ ਹਾਰ ਗਿਆ ਸਮਝੋ। ਜੇ ਉਹ ਜ਼ਖਮ ਖਾਣ ਤੋਂ ਬਾਅਦ ਵੀ ਉੱਠ ਜਾਂਦਾ ਹੈ ਤੇ ਉਹਨੂੰ ਕੋਈ ਹਰਾ ਨਹੀਂ ਸਕਦਾ। ਮੈਂ ਇੱਕ ਚੀਜ਼ ਸ਼ੇਅਰ ਕਰਦਾ ਤੁਹਾਡੇ ਨਾਲ ਕਿ ਜਦੋਂ ਆਪਾਂ ਰੋਜ਼ ਪੜ੍ਹਦੇ ਹਾਂ ਕਿ ਬੀਬੀਆਂ ਨੇ ਮਣਾ ਮੂੰਹ ਪੀਸੇ ਉਹਨਾਂ ਦੇ ਬੱਚੇ ਕੱਟ ਕੇ ਗਲ 'ਚ ਹਾਰ ਪਰੋ ਕੇ ਉਹਨਾਂ ਦੇ ਗਲ 'ਚ ਪਾਏ ਗਏ, ਤੇ ਮੈਂ ਕਿਤੇ ਨਾ ਕਿਤੇ ਪੜ੍ਹਿਆ ਸੀਗਾ ਕਿ ਜਦੋਂ ਬੀਬੀਆਂ ਦੇ ਬੱਚਿਆਂ ਨੂੰ ਗਲ 'ਚ ਹਾਰ ਪਾਉਂਦੇ ਸੀ ਔਰ ਜਦੋਂ ਸ਼ਾਮ ਹੁੰਦੀ ਸੀ, ਸ਼ਾਮੀ ਆਪਣਾ ਪਾਠ ਕਰਕੇ ਜਦੋਂ ਅਰਦਾਸ ਕਰਦੀਆਂ ਸੀ ਨਾ, ਤੇ ਉਹ ਕਹਿੰਦੀਆਂ ਸੀਗੀਆਂ ਕਿ 4 ਪਹਿਰ ਦਿਨ ਦੇ ਸੁੱਖ ਨਾਲ ਬਤੀਤ ਹੋਏ, ਆਉਣ ਵਾਲਾ ਸਮਾਂ ਵੀ ਸੁੱਖ ਨਾਲ ਬਤੀਤ ਹੋਵੇ, ਰਾਤ ਦਾ ਵੀ ਸਮਾਂ ਸੁੱਖ ਨਾਲ ਬਤੀਤ ਹੋਵੇ। ਤੇ ਜਿਹੜੇ ਉੱਥੇ ਫੌਜੀ ਖੜੇ ਸੀ ਮੁਸਲਮਾਨ ਘਰ ਜਿਹੜੇ ਸੀ, ਉਹਨਾਂ ਨੇ ਜਾ ਕੇ ਰਾਜੇ ਨੂੰ ਸੁਨੇਹਾ ਦਿੱਤਾ ਕਿ ਜਿਨ੍ਹਾਂ ਦੇ ਬੱਚੇ ਨੂੰ ਮਾਰ ਕੇ ਗਲ 'ਚ ਪਾਣਾ ਪਿਆ ਉਹ ਅੱਜ ਵੀ ਇੱਡੀ ਚੜ੍ਹਦੀ ਕਲਾ 'ਚ ਨੇ। ਤੇ ਮੈਂ ਸਮਝਦਾ ਕਿ ਇਹ ਜਿਹੜਾ ਇਤਿਹਾਸ ਸਾਹਮਣੇ ਆਇਆ, ਇਸ ਨੇ ਕੌਮ ਦੇ ਵਿੱਚ ਜਜ਼ਬਾ ਲਿਆਂਦਾ। ਇਹਨਾਂ ਨੇ ਕੌਮ ਦੇ ਵਿੱਚ ਇਹ ਦੱਸਿਆ ਕਿ ਇਹ ਦਿੱਲੀ ਸ਼ਹਿਰ ਹੈ ਜਿੱਥੇ ਗੁਰੂ ਤੇਗ ਬਹਾਦਰ ਨੂੰ ਕਤਲ ਕੀਤਾ। ਹੁਣ ਆਪਾਂ ਬੰਦਾ ਸਿੰਘ ਬਹਾਦਰ ਜੀ ਦੀ ਗੱਲ ਕਰਨੀ ਹੈ, ਜਿੱਥੇ 84 ਤੇ ਇੱਥੇ 5000 ਬੰਦਿਆਂ ਨੂੰ ਗਲ 'ਚ ਟਾਇਰ ਪਾ ਕੇ ਮਾਰਿਆ ਗਿਆ ਹੋਵੇ। ਉਸ ਦਿੱਲੀ ਸ਼ਹਿਰ ਦੇ ਉੱਤੇ ਅਸੀਂ ਇੱਕ ਐਸੀ ਗੱਲ ਕੀਤੀ ਆ, ਲਾਲ ਕਿਲੇ ਦੇ ਉੱਤੇ ਇਤਿਹਾਸ ਵਾਪਸ ਲਿਆਂਦਾ ਕਿ ਕੌਮ ਦਾ ਵਿੱਚ ਜਜ਼ਬਾ ਕ੍ਰੀਏਟ ਹੋਇਆ। ਹੁਣ ਆਪਾਂ ਬੰਦਾ ਸਿੰਘ ਬਹਾਦਰ ਜੀ ਦੀ ਗੱਲ ਕਰ ਲਈਏ। ਹਾਂਜੀ, ਬੰਦਾ ਸਿੰਘ ਬਹਾਦਰ ਮੈਂ ਸਮਝਦਾ ਵਾਂ ਕਿ ਪਹਿਲੇ ਐਸੇ, ਤੁਸੀਂ ਸਿੱਖਾਂ ਦੀ ਗੱਲ ਛੱਡ ਦਿਓ ਜੀ, ਪਹਿਲਾ ਐਸਾ ਰੂਲਰ ਹੋਇਆ ਕਿ ਜਿਸਨੇ ਮੁਗਲ ਰਾਜ ਦੀਆਂ ਜੜ੍ਹਾਂ ਉਖੇੜਦੇ ਹੋਏ ਸੋਵਰਨ ਇੰਡੀਆ ਦੀ ਨੀਂਹ ਰੱਖੀ ਜੀ। ਔਰ ਜਦੋਂ ਦਸਮ ਪਿਤਾ ਤੋਂ ਆਸ਼ੀਰਵਾਦ ਲੈ ਕੇ ਜਦੋਂ ਸਰਹੰਦ ਵਾਲੇ ਪਾਸੇ ਤੁਰੇ ਆ, ਤੁਸੀਂ ਇਹ ਦੱਸੋ ਸੂਬਾ ਸਰਹੰਦ ਦਾ ਕਿੱਡਾ ਰੋਬ ਸੀ, ਕਿੱਡੀ ਫੌਜ ਸੀ ਜੀ। ਔਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਉੱਥੇ 5 ਸਿੰਘ ਤੇ 5 ਪਿਆਰੇ ਤੇ ਕੁਝ ਸਿੰਘ ਨਾਲ ਲੈ ਕੇ ਜਦੋਂ ਤੁਰਦੇ ਨੇ ਜੀ, ਤੇ ਉਹਨਾਂ ਕੋਲ ਨਾ ਕੋਈ ਆਰਗੇਨਾਈਜ਼ਡ ਆਰਮੀ, ਨਾ ਉਹਨਾਂ ਕੋਲ ਤੋਪਖਾਨਾ, ਨਾ ਉਹਨਾਂ ਕੋਲ ਹਥਿਆਰ ਜੀ। ਇਹ ਸੁਣਿਆ ਕਿ ਜਦੋਂ ਦਿੱਲੀ ਵੱਲ ਨੂੰ ਹੁੰਦੇ ਹੋਏ ਜਦੋਂ ਇਸ ਪਾਸੇ ਨੂੰ ਵੱਧਦੇ ਪਏ ਸੀ, ਰਸਤੇ ਵਿੱਚ ਜਿਹੜਾ ਵੀ ਸਿੱਖ ਮਿਲਿਆ, ਜੇ ਕਿਸੇ ਕੋਲ ਗੰਡਾਸਾ ਹੱਥ ਆਇਆ, ਜੇ ਕਿਸੇ ਕੋਲ ਕੁਲਾੜੀ ਹੱਥ ਆਈ, ਜੇ ਕਿਸੇ ਕੋਲ ਤਲਵਾਰ ਹੱਥ ਆਈ, ਜੇ ਕਿਸੇ ਕੋਲ ਸੋਟਾ ਹੱਥ ਆਇਆ, ਉਹ ਫੌਜ ਸ਼ਾਮਲ ਹੁੰਦਾ ਚਲੇ ਗਿਆ। ਔਰ ਉਸ ਅਨਟ੍ਰੇਨਡ ਫੌਜ ਨਾਲ ਉਹਨਾਂ ਨੇ ਮੁਗਲ ਰਾਜ ਪੱਟ ਕੇ ਰੱਖ ਦਿੱਤਾ, ਸਰਹੰਦ ਪੱਟ ਕੇ ਰੱਖ ਦਿੱਤਾ। ਔਰ ਤੁਸੀਂ ਠੀਕ ਕਿਹਾ ਕਿ ਉਹਨਾਂ ਨੇ ਜੇ ਸਿੱਕਾ ਵੀ ਜਾਰੀ ਕੀਤਾ, ਉਹ ਸਿੱਕਾ ਜਿਹੜਾ ਸੀ ਉਹ ਨਾਨਕਸ਼ਾਹੀ ਸੀਗਾ ਜਾਂ ਦਸਮ ਪਿਤਾ ਦੇ ਨਾਂ ਤੇ ਸੀਗਾ। ਔਰ ਉਦੋਂ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਖਿਲਾਫ ਆਪਣੀ ਕੌਮ ਦੇ ਵਿੱਚੋਂ ਹੀ ਉਹਨਾਂ ਦਾ, ਮੈਂ ਸਮਝਦਾ ਕਿ ਜਿਹੜੀ ਗ੍ਰਿਫਤਾਰੀ ਹੋਈ ਹੈ ਉਹਦੇ ਚ ਕਿਤੇ ਨਾ ਕਿਤੇ ਆਪਣੀ ਕੌਮ ਵੀ ਉਹਦੇ ਜ਼ਿੰਮੇਵਾਰ ਬਣਦੀ ਹੈ। ਲੇਕਿਨ ਜਿੰਨੀ ਦਹਿਸ਼ਤ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲਾਂ 'ਚ ਪਾ ਦਿੱਤੀ ਸੀ ਔਰ ਮੁਗਲਾਂ ਦੀ ਰਿਆਹ 'ਚ ਪਾ ਦਿੱਤੀ ਸੀਗੀ, ਉਸ ਨੂੰ ਦੂਰ ਕਰਨ ਵਾਸਤੇ ਜਦੋਂ ਉਹ ਦਿੱਲੀ ਉਸ ਨੂੰ ਗ੍ਰਿਫਤਾਰ ਕਰਕੇ ਲਿਆਂਦੇ ਨੇ, ਔਰ ਜਿਵੇਂ ਠੀਕ ਤੁਸੀਂ ਕਹਿ ਰਹੇ ਸੀ ਕਿ ਪਿੰਜਰੇ 'ਚ ਬੰਦ ਕੀਤਾ ਗਿਆ ਸੀਗਾ, ਔਰ ਉਹ ਦਿੱਲੀ 'ਚ ਦੱਸਣਾ ਚਾਹ ਰਹੇ ਸੀ ਕਿ ਇਹ ਬਾਬੇ ਬੰਦੇ ਤੋਂ ਜਿਹਦੇ ਤੋਂ ਤੁਸੀਂ ਡਰਦੇ ਹੋ, ਦੇਖੋ ਅਸੀਂ ਇਸ ਨੂੰ ਕੈਦੀ ਬਣਾ ਕੇ ਲੈ ਆਂਦਾ। ਔਰ 700 ਕਿੰਨੇ ਲੋਕਾਂ ਨੂੰ ਮੈਜੈਸਟਿਕ ਸਿਨੇਮੇ ਵਾਲੀ ਥਾਂ ਤੇ ਰੋਜ਼ ਕਤਲ ਕੀਤਾ ਜਾਂਦਾ ਸੀ, ਜਿਹਦੇ 'ਚ ਇੱਕ ਬੱਚਾ ਵੀ ਆ ਗਿਆ ਸੀਗਾ। ਉਸਦੀ ਮਾਂ ਨੇ ਵੀ ਕਿਹਾ ਕਿ ਇਹ ਸਿੱਖ ਨਹੀਂ, ਲੇਕਿਨ ਉਹ ਬੱਚੇ ਨੇ ਆਪਣੀ ਸ਼ਹਾਦਤ ਦਿੱਤੀ। ਉਹਨੇ ਕਿਹਾ ਮੇਰੀ ਮਾਂ ਝੂਠ ਬੋਲ ਰਹੀ ਹੈ, ਮਾਂ ਝੂਠ ਬੋਲ ਰਹੀ ਹੈ। ਔਰ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਬੱਚੇ ਦਾ ਜਿਗਰ ਕੱਢ ਕੇ ਮੂੰਹ 'ਚ ਪਾਇਆ ਗਿਆ ਹੋਵੇ, ਉਹਦੇ ਜਮੂਰਾਂ ਨਾਲ ਮਾਸ ਨੋਚੇ ਗਏ ਹੋਣ, ਮੈਂ ਸਮਝਦਾ ਵਾਂ ਕਿ ਇਹ ਜਿਹੜੀ ਤੁਸੀਂ ਗੱਲ ਕੀ ਮੈਜੈਸਟਿਕ ਸਿਨੇਮਾ ਜਿੱਥੇ ਅੱਜ ਅਸੀਂ ਮਿਊਜ਼ੀਅਮ ਬਣਾਇਆ, ਅਸੀਂ ਇੱਥੇ ਉਹਨਾਂ ਸ਼ਹੀਦਾਂ ਦੀ ਯਾਦਗਾਰ ਜ਼ਰੂਰ ਬਣਾਵਾਂਗੇ। ਨੰਬਰ 1 ਮੈਂ ਇਹਦੇ 'ਚ ਇੱਕ ਗੱਲ, ਸਮਾਂ ਬਹੁਤ ਥੋੜਾ ਹੈ, ਮੈਂ ਬਹੁਤ ਛੋਟੇ ਸਵਾਲ ਹੈਗੇ ਮੇਰੇ, ਬਹੁਤ ਨਿੱਕੇ ਪਰ ਇੱਕ ਛੋਟਾ ਜਿਹਾ ਵਕਫਾ ਜ਼ਰੂਰ ਲੈਣਾ ਜ਼ਰੂਰੀ ਹੈ ਸਾਨੂੰ ਤਕਨੀਕੀ ਕਾਰਨਾਂ ਕਰਕੇ। ਕਿਰਪਾ ਕਰਕੇ ਤੁਸੀਂ ਲਾਈਨ ਤੇ ਬਣੇ ਰਹੋ, 2-4 ਮਿੰਟ ਹੋਰ ਤੁਹਾਡੇ ਲਵਾਂਗੇ, ਬਹੁਤ ਜ਼ਰੂਰੀ ਹੈਗਾ। ਬਹੁਤ ਮਿਹਰਬਾਨੀ।
ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੇ ਨਾਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰ ਮਨਜੀਤ ਸਿੰਘ ਜੀ ਕੇ ਸਾਡੇ ਨਾਲ ਜੁੜੇ ਹੋਏ ਹਨ। ਔਰ ਮਨਜੀਤ ਸਿੰਘ ਜੀ, ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ, ਵਧਾਈ ਵੀ ਹੈ। ਮੈਂ ਇੱਕ ਗੱਲ ਸਮਝ ਆਈ ਹੈ ਕਿ ਸਿੱਖੀ ਕੀ ਨਾਮ ਹੈ, ਪੰਥ ਦਾ ਕੀ ਨਾਮ ਹੈ। ਚੜ੍ਹਦੀ ਕਲਾ ਦਾ ਨਾਮ ਹੀ ਸਿੱਖੀ ਹੈ, ਚੜ੍ਹਦੀ ਕਲਾ ਦਾ ਨਾਮ ਹੀ ਪੰਥ ਹੈ। ਸੋ ਜਿਹੜੀ ਸਰਹੰਦ ਦੀ ਗੱਲ, ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ ਗੱਲ ਹੋ ਰਹੀ ਹੈ, ਅੱਜ ਵੀ ਇਹ ਕਮਾਲ ਦੀ ਗੱਲ ਹੈ ਕਿ ਸਰਹੰਦ ਦੇ ਬਾਰੇ ਕਿਹਾ ਜਾਂਦਾ ਸੀ, नेकी वो शह है जो कभी छुट नहीं सकती, सरहंद तो लुट सकता है ये कभी लुट नहीं सकती। पर यह भी असलीयत है, ये भी इतिहासक सच्चाई है कि बाबा सरदार जस्सा सिंह आलूवालिया उन्होंने किसी ने कहा, गुरु साहब का बचन है सरहंद दे विच खोतियां दे हल चलणगे। उन्होंने सारे पंजाब विच हुक्म जारी करके हज़ारां दी गिणती विच खोतियां दे नाल हल चलवाए सी और वो सारा खंडर दे विच तब्दील हो गया सी। ये सरहंद भी लुट गया जिहड़ा इतिहास दे जिसनूं कहा सी इतिहास ही साडा जाणदा है, कदी पोते दी कदी बाबे दी, खुल हुण भी जेकर मिल जावे कीमत पै जाए खराबे दी। सो ये सारे चीज़ नूं सम अप करदिआं होइआं, क्योंकि समा साडे कोल 1-2 मिनट है, तुसीं ਮੈਨੂੰ पता है ਤੁਹਾਡੇ ਕੋਲ बहुत कुछ ਕਹਿਣ ਨੂੰ ਹੈ, ਪਰ ਸਾਡੇ ਦਰਸ਼ਕਾਂ ਰਾਹੀਂ ਅਮਰੀਕਾ ਤੇ ਕੈਨੇਡਾ ਦੇ ਬੈਠੇ ਤੁਸੀਂ ਅਲਟੀਮੇਟਲੀ ਕੀ ਸੁਨੇਹਾ ਦੇਣਾ ਚਾਹੁੰਦੇ? मैं सिर्फ 1 मिनट लावांगा कि तुसी बाबा बंदा सिंह बहादुर की गल की। बाबा बघेल सिंह ने जो निशानदेहियां की सी दिल्ली के गुरुद्वारों दियां, उदों असी 9 गुरुद्वारे दिल्ली के इतिहासक कहते सी। 10वां गुरुद्वारा बाबा बंदा सिंह बहादुर की शहादत वाला जिहड़ा स्थान है वो 1963-64 मैं इस गल की खुशी कि मेरे पिता जहदर संतोख सिंह होरां ने वो कमेटी बना के स्थान लभ्या सी जिथे गुरुद्वारा। और तुसी अज मैनूं एक सवाल किया कि तुसी इन्हां दी यादगारां किदां दी बनाओगे। एक मैजेस्टिक सिनेमे वाली गल तुहाडे नाल कीती है। दूजा जिहड़ा स्थान है छोटा है, असीं इहदे नाल एक होर प्लॉट लै रहे हां, ये मेन रोड ते गुरुद्वारा आ जाएगा जिथे बाबा बंदा सिंह बहादुर नूं शहीद किया गया। और अगली गल ये है कि ये यादगारां जदों असीं मनाने आ, जदों साडी अज दी पनीरी मैं समझदा कि असीं यादगार बनाइए, दुनिया भर के इंटरनेट के रस्ते सोशल मीडिया के रस्ते लोगों तक स्नेहा पहुँच गया। और हुण ਜਿਹੜੀ चीज़ असीं बनावांगे और तुहाडे कोलों सानूं बड़ी कीमती इतिहास मिलण दी आस है, असीं ये सारियां चीज़ां नूं उजागर करांगे जिहदे नाल कौम दे विच जज्बा आवे, चढ़दी कला आवे। क्योंकि जरूरी नहीं जंगा जितण नाल ही तुसीं सरवाइव करदे हो, हारन तो बाद भी जे तुसीं जज्बा रखदे हो ते ओहदी एक बहुत वड्डी अपनी जिहनूं स्पोर्ट्समैन स्पिरिट कहंदे कि अगर हारिया भी है खिडारी तो ਉਹਦੇ स्पोर्ट्समैन स्पिरिट कायम है और वो दोबारा लड़न वास्ते तैयार है। तो कौम कभी दब नहीं सकती, क्योंकि ਇਹਦੇ ਵਿੱਚ 10 ਗੁਰੂਆਂ ਦੀ ਤਾਕਤ है, उन्होंने शब्द की ताकत है, उन्होंने अमृत की ताकत है। और इसे ताकत नूं जिंदा रखना साडा फर्ज है। आने वाला समा सुखावा होएगा कौम लई अगर असीं इसे तरीके नाल अपने शहीदां दी अपने गुरुआं दी यादां मनांदे रहांगे। जी, ये साडा फर्ज भी है। और अखीर दे विच मैं जरूर वो लाइनां पंथक कवि तेजा सिंह साबर दियां जरूर दोहराणियां चाहता। कई जिंदा अजे मिसालां ने कि राज कीता सरदारां ने, जिन्हां ते झंडे झूले ने वो खड़ियां अजे दीवारां ने, राह मैले अजे ना होए ने, जिथों गईयां सरकारां ने वो पईयां अजे भी तोपां ने ते चमक रहीआं तलवारां ने। जो साडा हक है लैना है, ना किसी दा हक दबाने आ, आज़ाद देश के अंदर बस आज़ाद हैसियत चाहते हाँ। सो सर मनजीत सिंह जी, तुहाडा बहुत बहुत धन्नवाद है, समा तुसीं दिता सवेरे सवेरे। और ये जिहड़ा एक शानदार काम होया और ख़ास करके उस हालात दे विच तुसीं कीता। इतिहास बड़ा एक विचित्र खेड खेडदा है। जिस कांग्रेस सरकार ने 1972 दे विच शहीदां दा कैलेंडर भी जिहड़ा सी वो बनाण नहीं दिता, उहनूं बैन कर दिता सी श्रीमती इंदिरा गांधी ने। उन्हां दे कोलों ही तुसीं ये परमिशन लै लई, ये खुद एक करिश्मे तो वध है। फिर भी जे इस दे बारे जस्ट 10-15 सैकंड तुसीं कोई अखीर ते चलो, बहुत बहुत धन्नवाद। समा इजाजत नहीं दिंदा। तुहाडा एक बार फिर धन्नवाद करदिआं होइआं वाहिगुरू जी का खालसा, वाहिगुरू जी की फतेह। वाहिगुरू जी की फतेह। प्यारे दर्शकों, तुसीं सानूं ईमेल कर सकते हो lamba@getpunjabi.tv ਦੇ ਉੱਤੇ। एक होर प्रोग्राम लैके मुड़ हाज़र होवांगे। ज़रूर तुसीं साडे नाल बने रहो और ये प्रोग्राम के बारे ज़रूर अपनी विचार प्रगट करो। बहुत बहुत धन्यवाद। वाहिगुरू जी का खालसा, वाहिगुरू जी की फतेह।